ਡੀਅਰ ਸਟੂਡੈਂਟਸ, ਬੇਸਿਕਸ ਆਫ ਮੈਨੇਜਮੈਂਟ ਜੋ ਕਿ 6 ਸਮੈਸਟਰ ਦਾ ਕਾਮਨ ਸਬਜੈਕਟ ਹੈ, ਉਸ ਦਾ ਚੈਪਟਰ ਮਿਸਲੇਨੀਅਸ ਕਨਸੈਪਟਸ ਆਪਾਂ ਪਿਛਲੇ ਕੁਝ ਲੈਕਚਰਸ ਦੇ ਵਿੱਚ ਡਿਸਕਸ ਕੀਤਾ ਹੈ, ਜਿਸ ਦੇ ਵਿੱਚ ਕਸਟਮਰ ਰਿਲੇਸ਼ਨਸ਼ਿਪ ਮੈਨੇਜਮੈਂਟ ਅਤੇ ਟੋਟਲ ਕੁਆਲਿਟੀ ਮੈਨੇਜਮੈਂਟ ਇਹ ਆਪਾਂ ਡਿਸਕਸ ਕਰ ਚੁੱਕੇ ਹਾਂ। ਇਸ ਚੈਪਟਰ ਦਾ ਲਾਸਟ ਟੌਪਿਕ ਇੰਟਲੈਕਚੁਅਲ ਪ੍ਰੋਪਰਟੀ ਰਾਈਟਸ, ਇਹ ਅੱਜ ਦੇ ਲੈਕਚਰ ਦੇ ਵਿੱਚ ਆਪਾਂ ਡਿਸਕਸ ਕਰਾਂਗੇ। ਇੰਟਲੈਕਚੁਅਲ ਪ੍ਰੋਪਰਟੀ ਰਾਈਟ, ਇੰਟਲੈਕਚੁਅਲ ਮੀਨ ਬੌਧਿਕ, ਬੁੱਧੀਜੀਵੀ ਜਿਵੇਂ ਹੁੰਦੇ ਨੇ ਜਿਨ੍ਹਾਂ ਦੇ ਆਪਣੇ ਦਿਮਾਗ ਦੇ ਨਾਲ ਜਾਂ ਆਪਣੀਆਂ ਜਿਹੜੀਆਂ ਹੋਰ ਆਪਣੇ ਖੋਜੀ ਪ੍ਰਵਿਰਤੀ ਦੇ ਨਾਲ ਜਿਨ੍ਹਾਂ ਨੇ ਕੋਈ ਆਪਣੀ ਚੀਜ਼ ਬਣਾਈ ਹੈ, ਕੋਈ ਸਰਵਿਸ ਬਣਾਈ ਹੈ, ਕੋਈ ਆਈਟਮ ਬਣਾਈ ਹੈ, ਕੋਈ ਡਿਜ਼ਾਈਨ ਬਣਾਇਆ, ਉਹ ਉਹਨਾਂ ਦੀ ਇੱਕ ਤਰ੍ਹਾਂ ਪ੍ਰੋਪਰਟੀ ਹੋ ਜਾਂਦੀ ਹੈ। ਉਹ ਪ੍ਰੋਪਰਟੀ ਦਾ ਰਾਈਟ ਉਹਨਾਂ ਦੇ ਨਾਂ 'ਤੇ ਰਜਿਸਟਰ ਕਰਨਾ, ਉਹਨਾਂ ਦੇ ਉਹ ਮਾਲਕ ਬਣਨ, ਇਹਨਾਂ ਚੀਜ਼ਾਂ ਨੂੰ ਅਸੀਂ ਬੋਲਦੇ ਹਾਂ ਇੰਟਲੈਕਚੁਅਲ ਪ੍ਰੋਪਰਟੀ ਰਾਈਟਸ। ਇਹ ਹੁੰਦਾ ਕਿ ਇਟ ਇਜ਼ ਕ੍ਰੀਏਸ਼ਨ ਆਫ ਮਾਈਂਡ ਐਂਡ ਰਿਜ਼ਲਟਿੰਗ ਫਰੋਮ ਇੰਟਲੈਕਚੁਅਲ ਐਕਟੀਵਿਟੀਜ਼ ਲਾਈਕ ਇਨਵੈਂਸ਼ਨਸ, ਲਿਟਰੇਰੀ ਐਂਡ ਆਰਟਿਸਟਿਕ ਵਰਕਸ। ਲਿਟਰੇਰੀ ਵਰਕਸ ਦੇ ਵਿੱਚ ਜਿਵੇਂ ਕੋਈ ਨਾਵਲ ਲਿਖ ਰਿਹਾ, ਕੋਈ ਪੋਇਮ ਲਿਖ ਰਿਹਾ, ਕੋਈ ਗੀਤ ਲਿਖ ਰਿਹਾ। ਆਰਟਿਸਟਿਕ ਵਰਕ ਦੇ ਵਿੱਚ ਕੋਈ ਆਪਣਾ ਪੇਂਟਿੰਗ ਬਣਾ ਰਿਹਾ, ਡਰਾਇੰਗ ਬਣਾ ਰਿਹਾ, ਆਰਕੀਟੈਕਟ ਬਣਾ ਰਿਹਾ। ਉਹ ਚੀਜ਼ਾਂ ਜਿਹੜੀਆਂ ਨੇ ਇੱਕ ਤਰ੍ਹਾਂ ਕ੍ਰੀਏਸ਼ਨ ਆਫ ਮਾਈਂਡ ਹੈ ਅਤੇ ਇੰਟਲੈਕਚੁਅਲ ਐਕਟੀਵਿਟੀਜ਼ ਹੈ, ਆਪਣੀਆਂ ਖੋਜਾਂ ਦੇ ਨਾਲ ਉਹ ਬਣਾ ਰਿਹਾ। ਇਹਨਾਂ ਪ੍ਰਤੀ ਲੀਗਲ ਰਾਈਟਸ ਗਵਰਨਡ ਬਾਏ ਐਨ ਏਜੰਸੀ, ਬਾਏ UN ਏਜੰਸੀ, ਯੂਨਾਈਟਿਡ ਨੇਸ਼ਨ ਦੀ ਏਜੰਸੀ ਹੈ UN ਏਜੰਸੀ, ਨੇਮਲੀ ਵਰਲਡ ਇੰਟਲੈਕਚੁਅਲ ਪ੍ਰੋਪਰਟੀ ਆਰਗੇਨਾਈਜੇਸ਼ਨ। ਸਾਰੇ ਦੁਨੀਆ ਭਰ ਦੇ ਜਿੰਨੇ ਵੀ ਇਸ ਤਰ੍ਹਾਂ ਦੀਆਂ ਖੋਜਾਂ ਹੁੰਦੀਆਂ ਉਹਨਾਂ ਨੂੰ ਜੋ ਹੈ ਵਰਲਡ ਇੰਟਲੈਕਚੁਅਲ ਪ੍ਰੋਪਰਟੀ ਆਰਗੇਨਾਈਜੇਸ਼ਨ WIPO, ਇਸ ਦੇ ਅੰਦਰ ਇਹਨਾਂ ਨੂੰ ਰਜਿਸਟਰਡ ਕੀਤਾ ਜਾਂਦਾ। ਸਾਰੇ ਲੀਗਲ ਰਾਈਟ ਇਸ ਏਜੰਸੀ ਦੇ ਰੂਲਾਂ ਤਹਿਤ ਗਵਰਨ ਹੁੰਦੇ ਨੇ। ਇਹ ਕੀ ਕਰਦੇ ਨੇ? ਸੇਫਗਾਰਡਸ ਫॉर ਕ੍ਰੀਏਟਰਸ ਐਂਡ ਪ੍ਰੋਡਿਊਸਰਸ ਫॉर ਅ ਸਰਟਨ ਟਾਈਮ ਲਿਮਿਟ। ਇੱਕ ਖਾਸ ਟਾਈਮ ਲਿਮਿਟ ਦੇ ਲਈ ਜਿਹੜਾ ਹੈ ਜਿਨ੍ਹਾਂ ਨੇ ਇਹ ਚੀਜ਼ਾਂ ਬਣਾਈਆਂ ਉਹਨਾਂ ਦੀ ਪ੍ਰੋਪਰਟੀ ਜਿਹੜੀ ਹੈਗੀ ਇੱਕ ਸਰਟਨ ਟਾਈਮ ਲਿਮਿਟ ਦੇ ਲਈ ਸੇਫ ਰਹਿੰਦੀ ਹੈ ਕਿ ਉਹਨਾਂ ਨੂੰ ਕੋਈ ਹੋਰ ਯੂਜ ਨਹੀਂ ਕਰ ਸਕਦਾ। ਪ੍ਰੋਟੈਕਟਿਡ IPRs ਕੈਨ ਬੀ ਓਨਡ, ਸੋਲਡ ਔਰ ਬੋਟ। ਜੇ ਕਿਸੇ ਨੇ ਆਪਣੀਆਂ ਪ੍ਰੋਟੈਕਟ ਕਰਾ ਲਈਆਂ ਆਪਣੀ ਇੰਟਲੈਕਚੁਅਲ ਪ੍ਰੋਪਰਟੀ ਤਾਂ ਉਹ ਫਿਰ ਉਹਨਾਂ ਨੂੰ ਆਪਣਾ ਮਾਲਕ ਬਣ ਕੇ ਰਹਿ ਸਕਦਾ ਹੈ, ਵੇਚ ਸਕਦਾ ਹੈ, ਕੋਈ ਇਹਨਾਂ ਨੂੰ ਖਰੀਦ ਵੀ ਸਕਦਾ ਹੈ। ਇੰਟੈਂਜੀਬਲ ਐਂਡ ਨੋਨ ਐਗਜ਼ੌਸਟਿਵ ਕੰਜ਼ੰਪਸ਼ਨ, ਇਹ ਇਸ ਦੇ ਵਿੱਚ ਇਹਨਾਂ ਦੀ ਖਾਸ ਚੀਜ਼ ਹੈ। ਟਾਈਪਸ ਐਂਡ ਟੂਲਸ ਆਫ ਇੰਟਲੈਕਚੁਅਲ ਪ੍ਰੋਪਰਟੀ ਰਾਈਟ, ਇਸ ਦੇ ਵਿੱਚ ਕਿਹੜੇ ਕਿਹੜੇ ਟਾਈਪ ਹੈ, ਕਿਵੇਂ ਜਿਹੜੀਆਂ ਹੈਗੀਆਂ ਇੰਟਲੈਕਚੁਅਲ ਪ੍ਰੋਪਰਟੀ ਰਾਈਟ ਜਿਹੜੀਆਂ ਹੈਗੀਆਂ ਕਿਸੇ ਨੂੰ ਦਿੱਤੀਆਂ ਜਾਂਦੀਆਂ। ਪੇਟੈਂਟ, ਇੱਕ ਆਪਾਂ ਸ਼ਬਦ ਸੁਣਦੇ ਹਾਂ ਕਿ ਪੇਟੈਂਟ ਹੈ ਮੇਰਾ ਇਸ 'ਤੇ। ਟ੍ਰੇਡਮਾਰਕ ਹੈ, ਕੋਈ ਆਪਣਾ ਟ੍ਰੇਡਮਾਰਕ ਬਣਾ ਲੈਂਦਾ ਹੈ। ਕਾਪੀ ਰਾਈਟਸ ਕਿਸੇ ਦੀਆਂ ਹੋ ਜਾਂਦੀਆਂ। ਜਿਓਗ੍ਰਾਫੀਕਲ ਇੰਡੀਕੇਸ਼ਨਸ ਹੁੰਦੀਆਂ, ਇੰਡਸਟਰੀਅਲ ਡਿਜ਼ਾਈਨ ਹੁੰਦੇ ਹੈ, ਟ੍ਰੇਡ ਸੀਕਰੇਟਸ ਹੁੰਦੇ ਹੈ, ਲੇਆਊਟ ਡਿਜ਼ਾਈਨ ਫॉर ਇੰਟੀਗ੍ਰੇਟਿਡ ਸਰਕਟਸ ਜੇਕਰ ਕੋਈ ਬਣਾਉਂਦਾ ਹੈ। ਪ੍ਰੋਟੈਕਸ਼ਨ ਆਫ ਨਿਊ ਪਲਾਂਟ ਵਰਾਇਟੀ, ਜੇਕਰ ਕੋਈ ਆਪਣਾ ਐਗਰੀਕਲਚਰ ਨਾਲ ਰਿਲੇਟਡ ਹੈ, ਕੋਈ ਨਵੀਂ ਵਰਾਇਟੀ ਆਪਣੇ ਕਿਸੇ ਪਲਾਂਟ ਦੀ ਬਣਾਉਂਦਾ ਹੈ ਤਾਂ ਉਹ ਵੀ ਜਿਹੜਾ ਹੈਗਾ ਇੰਟਲੈਕਚੁਅਲ ਪ੍ਰੋਪਰਟੀ ਰਾਈਟ ਦੇ ਅੰਡਰ ਕਵਰ ਹੁੰਦੇ। ਹੁਣ ਇਹਨਾਂ IPRs ਦੇ ਵਿੱਚੋਂ ਆਪਾਂ ਮੇਨ 3 ਚੀਜ਼ਾਂ ਦੀ ਗੱਲ ਕਰਾਂਗੇ। ਸਭ ਤੋਂ ਪਹਿਲਾਂ ਪੇਟੈਂਟ। ਪੇਟੈਂਟ ਇਜ਼ ਐਕਸਕਲੂਸਿਵ ਰਾਈਟ ਗਰਾਂਟਿਡ ਫॉर ਐਨ ਇਨਵੈਂਸ਼ਨ। ਜੇਕਰ ਕੋਈ ਬੰਦਾ ਇਨਵੈਂਸ਼ਨ ਕਰਦਾ ਹੈ ਤਾਂ ਉਸ ਨੂੰ ਐਕਸਕਲੂਸਿਵ ਰਾਈਟ ਮਿਲ ਜਾਂਦਾ ਹੈ ਕਿ ਇਹ ਚੀਜ਼, ਇਹ ਫਾਰਮੂਲਾ ਹੋਰ ਕੋਈ ਜਿਹੜਾ ਪਰਸਨ ਹੈ ਉਹ ਯੂਜ ਨਹੀਂ ਕਰ ਸਕਦਾ ਜਦੋਂ ਤੱਕ ਇਹ ਉਸ ਨੂੰ ਆਗਿਆ ਨਹੀਂ ਦੇਗਾ। ਫੋਰ ਐਗਜ਼ਾਮਪਲ ਕੋਕਾ ਕੋਲਾ ਦਾ ਜੋ ਫਾਰਮੂਲਾ ਹੈ ਉਹ ਉਹਨਾਂ ਨੇ ਸੀਕਰੇਟ ਵੀ ਰੱਖਿਆ ਹੋਇਆ ਅਤੇ ਪੇਟੈਂਟ ਵੀ ਕਰਾਇਆ ਹੋਇਆ। ਉਸ ਨੂੰ ਕੋਈ ਹੋਰ ਅਗਰ ਦੇ ਲੱਭ ਵੀ ਲਏਗਾ ਤਾਂ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਹੋਰ ਕੋਈ ਉਹ ਵਾਲੀ ਚੀਜ਼ ਬਣਾ ਨਹੀਂ ਸਕੇਗਾ। ਜਿਵੇਂ ਅੱਜ ਕੱਲ੍ਹ ਜੋ COVID-19 ਜੋ ਪ੍ਰੋਬਲਮ ਚੱਲ ਰਹੀ ਹੈ ਉਸ ਦੀ ਵੈਕਸੀਨ ਵੀ ਸਾਰੇ ਦੇਸ਼ ਕੋਸ਼ਿਸ਼ ਕਰ ਰਹੇ ਨੇ, ਬਹੁਤ ਸਾਰੇ ਸਾਇੰਟਿਸਟ, ਬਹੁਤ ਸਾਰੇ ਡਾਕਟਰ ਲੱਗੇ ਹੋਏ ਨੇ ਕਿ ਉਸ ਦੀ ਕੋਈ ਵੈਕਸੀਨ ਮਿਲ ਜਾਏ। ਜਦੋਂ ਵੀ ਇਹ ਵੈਕਸੀਨ ਮਿਲ ਜਾਏਗੀ ਤਾਂ ਜਿਹੜੇ ਬੰਦੇ ਨੇ ਸਭ ਤੋਂ ਪਹਿਲਾਂ ਖੋਜ ਕਰੇਗਾ ਉਹ ਆਪਣਾ ਇਸ ਨੂੰ ਪੇਟੈਂਟ ਕਰਾਏਗਾ ਕਿ ਉਸ ਤੋਂ ਜੋ ਵੀ ਫਾਇਦਾ ਹੋਣਾ ਉਸੇ ਹੀ ਇੱਕ ਪਰਸਨ ਨੂੰ ਹੋਣਾ। ਇਟ ਪ੍ਰੋਵਾਈਡਸ ਪ੍ਰੋਟੈਕਸ਼ਨ ਟੂ ਦਾ ਓਨਰ, ਉਹਨੂੰ ਪ੍ਰੋਟੈਕਸ਼ਨ ਮਿਲਦੀ ਹੈ। ਫॉर ਅ ਪ੍ਰੋਡਕਟ ਔਰ ਪ੍ਰੋਸੈਸ ਦੈਟ ਪ੍ਰੋਵਾਈਡਸ ਨਿਊ ਵੇਜ਼ ਟੂ ਡੂ ਸਮਥਿੰਗ। ਕੋਈ ਪ੍ਰੋਡਕਟ ਹੈ ਜਾਂ ਕੋਈ ਪ੍ਰੋਸੈਸ ਹੈ ਜਿਹੜੀਆਂ ਕਿ ਨਵਾਂ ਤਰੀਕਾ ਦੱਸਦੀਆਂ ਕੁਛ ਕਰਨ ਦੇ ਲਈ ਤਾਂ ਉਸ ਦਾ ਵੀ ਪੇਟੈਂਟ ਹੋ ਸਕਦਾ ਹੈ। ਫॉर ਨਿਊ ਟੈਕਨੀਕਲ ਸੋਲਿਊਸ਼ਨ ਆਫ ਏ ਪ੍ਰੋਬਲਮ, ਕੋਈ ਪ੍ਰੋਬਲਮ ਹੈ ਉਸ ਦਾ ਨਵਾਂ ਸੋਲਿਊਸ਼ਨ ਕੋਈ ਦਿੰਦਾ ਉਸ ਨੂੰ ਵੀ ਉਹ ਪੇਟੈਂਟ ਕਰਵਾ ਸਕਦਾ ਹੈ।
ਇਹ ਜਨਰਲੀ 20 ਸਾਲ ਦੇ ਪੀਰੀਅਡ ਵਾਸਤੇ ਪਹਿਲੀ ਵਾਰੀ ਮਿਲਦਾ ਹੈ, ਜੋ ਕਿ ਅੱਗੇ ਲੋੜ ਪੈਣ 'ਤੇ ਐਕਸਟੈਂਡ ਵੀ ਕਰਾਇਆ ਜਾ ਸਕਦਾ ਹੈ। ਟਾਈਪਸ ਆਫ ਪੇਟੈਂਟ। ਪੇਟੈਂਟਸ ਦੀਆਂ ਟਾਈਪਸ ਦੇ ਵਿੱਚ ਸਭ ਤੋਂ ਪਹਿਲੀ ਟਾਈਪ ਹੈ ਯੂਟਿਲਿਟੀ ਪੇਟੈਂਟ, ਇਹ ਜੋ ਕਿ ਕਾਫੀ ਇੰਪੋਰਟੈਂਟ ਟਾਈਪ ਹੈ ਪੇਟੈਂਟ ਦੀ। ਇਹ ਜਦੋਂ ਕੋਈ ਯੂਟਿਲਿਟੀ ਵਾਲੀ ਚੀਜ਼ ਜਿਹੜੀ ਕਿ ਆਮ ਯੂਜ ਹੋਣ ਵਾਲੀ ਹੈ, ਜਦੋਂ ਕੋਈ ਬੰਦਾ ਨਵੀਂ ਚੀਜ਼ ਇਨਵੈਂਟ ਕਰਦਾ ਹੈ, ਡਿਸਕਵਰ ਕਰਦਾ ਹੈ, ਨਵੀਂ ਪ੍ਰੋਡਕਟ, ਨਵੀਂ ਪ੍ਰੋਸੈਸ, ਨਵੀਂ ਮਸ਼ੀਨ, ਤਾਂ ਜਿਹੜੀ ਕਿ ਆਮ ਲੋਕਾਂ ਲਈ ਬਹੁਤ ਯੂਜਫੁਲ ਹੁੰਦੀ ਹੈ। ਜਿਵੇਂ ਹੁਣ ਜੇਕਰ ਵੈਕਸੀਨ ਜਿਹੜੀ ਹੈ ਕੋਵਿਡ ਦੀ ਉਹ ਇਨਵੈਂਟ ਹੁੰਦੀ ਹੈ ਤਾਂ ਉਹ ਯੂਟਿਲਿਟੀ ਪੇਟੈਂਟ ਆਪਾਂ ਮੰਨਾਂਗੇ। ਇਹ 20 ਸਾਲ ਦੇ ਲਈ ਆਮ ਤੌਰ 'ਤੇ ਇਹ ਜਿਹੜਾ ਪੇਟੈਂਟ ਹੈ ਮਿਲਦਾ ਕਿ ਉਹ 20 ਸਾਲ ਉਸ ਦੀ ਜਿੰਨੀ ਵੀ ਕਮਾਈ ਹੈ ਉਹ ਜਿੰਨੇ ਪਹਿਲੀ ਖੋਜ ਕੀਤੀ ਹੈ ਉਸ ਨੂੰ ਮਿਲਦੀ ਹੈ। ਦੂਸਰੇ ਟਾਈਪ ਦਾ ਪੇਟੈਂਟ ਹੈ ਡਿਜ਼ਾਈਨ ਪੇਟੈਂਟ। ਇਹ ਜੋ ਹੈ ਕੋਈ ਪਰਸਨ ਹੈ ਜੇਕਰ ਨਵਾਂ ਡਿਜ਼ਾਈਨ, ਓਰੀਜਨਲ ਡਿਜ਼ਾਈਨ ਕੋਈ ਨਵਾਂ ਜੇਕਰ ਉਸ ਨੂੰ ਉਹ ਡਿਸਕਵਰ ਕਰਦਾ ਹੈ, ਇਨਵੈਂਟ ਕਰਦਾ ਹੈ, ਤਾਂ ਉਸ ਨੂੰ ਜਿਹੜਾ ਹੈਗਾ ਫੋਰ ਐਗਜ਼ਾਮਪਲ ਹੈ ਕਾਰ ਦੀ ਸ਼ੇਪ ਕੋਈ ਨਵੀਂ ਦੱਸਦਾ ਹੈ, ਕੋਈ 2 ਵੀਲਰ ਦੀ ਸ਼ੇਪ ਨਵੀਂ ਦੱਸ ਦਿੰਦਾ ਹੈ, ਇਸ ਟਾਈਪ ਦੇ ਕੋਈ ਡਿਜ਼ਾਈਨ ਹੈ ਜਿਹੜੇ, ਤਾਂ ਉਹ ਵੀ ਉਸ ਨੂੰ ਪੇਟੈਂਟ ਕਰਵਾ ਸਕਦਾ। ਫਿਰ ਕੋਈ ਹੋਰ ਉਸ ਨੂੰ ਉਸ ਦੀ ਮਰਜ਼ੀ ਤੋਂ ਬਿਨਾਂ ਉਹ ਡਿਜ਼ਾਈਨ ਯੂਜ਼ ਨਹੀਂ ਕਰ ਸਕਦਾ। ਇਸ ਦੀ ਪ੍ਰੋਟੈਕਸ਼ਨ ਜਿਹੜੀ ਹੈ 14 ਸਾਲ ਲਈ ਮਿਲਦੀ ਹੈ। ਪਲਾਂਟ ਪੇਟੈਂਟ, ਜੇਕਰ ਕੋਈ ਬੰਦਾ ਆਪਣਾ ਕੋਈ ਨਵਾਂ ਪਲਾਂਟ ਹੈ, ਪੌਦਾ ਹੈ, ਕੋਈ ਵੈਰਾਈਟੀ ਹੈ ਉਹ ਡਿਸਕਵਰ ਕਰਦਾ ਹੈ, ਕੋਈ ਬੀਜ ਡਿਸਕਵਰ ਕਰਦਾ ਹੈ, ਤਾਂ ਉਦੋਂ ਪਲਾਂਟ ਪੇਟੈਂਟ ਮਿਲਦਾ ਹੈ ਕਿ ਉਸ ਤਰ੍ਹਾਂ ਦਾ ਫਿਰ ਪਲਾਂਟ ਹੈ ਉਸ ਦੀ ਮਰਜ਼ੀ ਤੋਂ ਬਿਨਾਂ, ਉਸ ਦੀ ਪਰਮਿਸ਼ਨ ਤੋਂ ਬਿਨਾਂ ਕੋਈ ਹੋਰ ਨਹੀਂ ਬਣਾ ਸਕਦਾ। ਇਸ ਦੇ ਵਿੱਚ ਵੀ 20 ਸਾਲ ਦਾ ਜੋ ਪੀਰੀਅਡ ਹੈ ਉਸ ਦਾ ਪੇਟੈਂਟ ਹੈ ਪ੍ਰੋਟੈਕਸ਼ਨ ਮਿਲਦੀ ਹੈ। ਡਾਕੂਮੈਂਟਸ ਜੋ ਚਾਹੀਦੇ ਹੈ ਪੇਟੈਂਟ ਫਾਈਲ ਕਰਨ ਦੇ ਲਈ, ਪਹਿਲਾਂ ਦਾ ਟਾਈਟਲ ਹੈ, ਕੀ ਜੋ ਇਨਵੈਂਸ਼ਨ ਹੈ ਕੀ ਟਾਈਟਲ ਹੈ ਉਹਨੂੰ ਡਿਫਾਈਨ ਕਰਨਾ ਹੈ। ਅਬਸਟਰੈਕਟ, ਉਸ ਦੀ ਬਰੀਫ ਹਿਸਟਰੀ ਦੇਣੀ ਹੈ, ਬਰੀਫ ਡਿਸਕ੍ਰਿਪਸ਼ਨ ਦੇਣੀ ਹੈ, ਫਿਰ ਡਿਟੇਲ ਡਿਸਕ੍ਰਿਪਸ਼ਨ ਦੇਣੀ ਹੈ, ਜੋ ਡਰਾਇੰਗਸ ਬਣੀਆਂ ਉਹ ਦੇਣੀ ਹੈ, ਅਤੇ ਕਲੇਮ ਫॉर ਲੀਗਲ ਸਟੇਟਸ ਇਹ ਕਰਨਾ ਹੈ ਅੰਡਰ ਪੇਟੈਂਟ ਐਕਟ। ਅਤੇ ਇਹ ਜਿਹੜਾ ਹੈਗਾ ਇਹ ਸਾਰੇ ਇਸ ਦੇ ਡਾਕੂਮੈਂਟ ਹੈ, ਇਹ ਭਰ ਕੇ ਜਿਹੜੀ UN ਦੀ ਯੂਨਾਈਟਿਡ ਨੇਸ਼ਨ ਜੋ ਔਰਗੇਨਾਈਜੇਸ਼ਨ ਹੈ WIPO, ਉੱਥੇ ਜੋ ਹੈ ਇਹ ਅਪਲਾਈ ਹੁੰਦਾ ਅਤੇ ਪੇਟੈਂਟ ਹੈ ਉਹ ਮਿਲਦਾ। ਇਨਫ੍ਰਿੰਜਮੈਂਟ ਆਫ ਪੇਟੈਂਟ, ਮਤਲਬ ਜੇਕਰ ਕੋਈ ਪੇਟੈਂਟ ਦੀ ਉਲੰਘਣਾ ਕਰਦਾ ਹੈ ਤਾਂ ਅੰਡਰ ਸੈਕਸ਼ਨ 48 ਆਫ ਦਾ ਪੇਟੈਂਟ ਐਕਟ, ਜਿਹੜਾ ਪੇਟੈਂਟੀ ਜਿਹਨੂੰ ਪੇਟੈਂਟ ਮਿਲਿਆ ਉਸ ਨੂੰ ਜੇਕਰ ਕੋਈ ਉਸ ਦੇ ਕੋਲ ਰਾਈਟ ਹੈ ਉਸ ਨੂੰ ਬਣਾਉਣ ਦਾ, ਮੇਕਿੰਗ, ਯੂਜਿੰਗ, ਸੈਲਿੰਗ, ਇੰਪੋਰਟਿੰਗ, ਇਹ ਸਾਰੇ ਰਾਈਟਸ ਹੈ ਪੇਟੈਂਟ ਜਿਸ ਨੂੰ ਮਿਲਿਆ ਉਸ ਦੇ ਹੁੰਦੇ ਨੇ। ਨੋ ਪਰਸਨ ਕੈਨ ਡੂ ਅਬਵ ਐਕਟੀਵਿਟੀਜ਼ ਵਿਦਾਊਟ ਦਾ ਕੰਸੈਂਟ ਆਫ ਪੇਟੈਂਟ ਓਨਰ। ਪੇਟੈਂਟ ਓਨਰ ਦੀ ਕੰਸੈਂਟ ਤੋਂ ਬਿਨਾਂ, ਉਹਦੀ ਪਰਮਿਸ਼ਨ ਤੋਂ ਬਿਨਾਂ ਕੋਈ ਵੀ ਬੰਦਾ ਇਹ ਨਾ ਉਸ ਨੂੰ ਬਣਾ ਸਕਦਾ, ਨਾ ਯੂਜ ਕਰ ਸਕਦਾ, ਨਾ ਵੇਚ ਸਕਦਾ, ਨਾ ਇੰਪੋਰਟ ਕਰ ਸਕਦਾ। ਦੂਜਾ ਇੰਟਲੈਕਚੁਅਲ ਪ੍ਰੋਪਰਟੀ ਰਾਈਟ ਹੈ ਟ੍ਰੇਡਮਾਰਕ। ਜਿਵੇਂ ਕੋਈ ਆਪਣੀ ਫਰਮ ਹੈ ਆਪਣਾ ਇੱਕ ਟ੍ਰੇਡਮਾਰਕ ਬਣਾ ਲੈਂਦੀ ਹੈ, ਜਿਵੇਂ LG ਦਾ ਇੱਕ ਟ੍ਰੇਡਮਾਰਕ ਹੈ, ਫਿਲਿਪਸ ਦਾ ਇੱਕ ਅਲੱਗ ਟ੍ਰੇਡਮਾਰਕ ਹੈ, ਗੋਦਰੇਜ ਦਾ ਅਲੱਗ ਹੈ। ਇਹ ਸਾਰੇ ਟ੍ਰੇਡਮਾਰਕ 'ਚ ਐਪਲ ਦਾ ਜੋ ਹੈ ਉਹ ਅਲੱਗ ਟ੍ਰੇਡਮਾਰਕ ਹੈ, ਸੈਮਸੰਗ ਦਾ ਅਲੱਗ ਹੈ। ਇਹ ਸਾਰੇ ਜੋ ਟ੍ਰੇਡਮਾਰਕ ਹੈ ਇਹ ਡਿਸਟਿੰਗੁਇਸ਼ ਸਾਈਨ ਹੁੰਦੇ ਹੈ, ਅਤੇ ਤਾਂ ਕਿ ਜਿੱਥੋਂ ਪਤਾ ਲੱਗ ਜਾਏ ਕਿ ਇਹ ਸਾਰੀਆਂ ਚੀਜ਼ਾਂ ਇੱਕ ਸਪੈਸੀਫਿਕ ਐਂਟਰਪ੍ਰਾਈਜ਼ ਦੀਆਂ। ਇਹ ਇਟ ਕੈਨ ਬੀ ਕੰਬੀਨੇਸ਼ਨ ਆਫ ਵਰਡਸ, ਨਮੈਰਿਕ, ਸਿੰਬਲ, ਡਰਾਇੰਗ, ਕੁਛ ਵੀ ਹੋ ਸਕਦਾ ਜਿਹੜਾ ਇੱਕ ਟ੍ਰੇਡਮਾਰਕ ਬਣਦਾ। ਇਟ ਪ੍ਰੋਵਾਈਡਸ ਪ੍ਰੋਟੈਕਸ਼ਨ ਟੂ ਓਨਰ ਟੂ ਯੂਜ਼ ਇਟ ਐਜ਼ ਰਾਈਟ ਔਨ ਹਿਜ਼ ਪ੍ਰੋਡਕਟਸ। ਜਿਹੜਾ ਓਨਰ ਹੈ ਇਸ ਟ੍ਰੇਡਮਾਰਕ ਦਾ ਉਹ ਆਪਣੀ ਪ੍ਰੋਡਕਟ ਦੇ ਉੱਪਰ ਇਹਨਾਂ ਨੂੰ ਯੂਜ਼ ਕਰ ਸਕਦਾ ਹੈ। ਹੈਲਪਸ ਕਸਟਮਰ ਟੂ ਆਇਡੈਂਟੀਫਾਈ ਦਾ ਪ੍ਰੋਡਕਟਸ ਆਫ ਕੰਪਨੀ, ਜਿਸ ਤੋਂ ਕਿ ਕਸਟਮਰ ਨੂੰ ਵੀ ਹੈਲਪ ਮਿਲਦੀ ਹੈ ਕਿ ਉਹ ਆਇਡੈਂਟੀਫਾਈ ਕਰ ਲੈਂਦਾ ਕਿ ਇਹ ਪ੍ਰੋਡਕਟ ਕਿਹੜੀ ਕੰਪਨੀ ਦੀ ਹੈ। ਜੋ ਟ੍ਰੇਡਮਾਰਕ ਹੈ ਰਜਿਸਟਰਡ ਕੀਤੇ ਜਾਂਦੇ ਨੇ ਅੰਡਰ ਟ੍ਰੇਡਮਾਰਕ ਐਕਟ 1999, ਅਤੇ ਸਾਰੀਆਂ ਜਿੰਨੀਆਂ ਵੀ ਚੀਜ਼ਾਂ ਜਾਂ ਸਰਵਿਸਿਜ਼ ਹੈ ਉਹਨਾਂ ਨੂੰ 42 ਕੈਟਾਗਰੀਜ਼ ਦੇ ਵਿੱਚ ਕਲਾਸੀਫਾਈਡ ਕੀਤਾ ਗਿਆ। 42 ਕੈਟਾਗਰੀ ਦੇ ਵਾਈਜ਼ ਟ੍ਰੇਡਮਾਰਕ ਜਿਹੜੇ ਹੈ ਉਹ ਰਜਿਸਟਰ ਕੀਤੇ ਜਾਂਦੇ ਆ। ਇਨਫ੍ਰਿੰਜਮੈਂਟ ਆਫ ਟ੍ਰੇਡਮਾਰਕ, ਟ੍ਰੇਡਮਾਰਕ ਦੀ ਉਲੰਘਣਾ ਕਦੋਂ ਮੰਨੀ ਜਾਂਦੀ ਹੈ? ਜੇਕਰ ਜੋ ਮਾਰਕ ਹੈ ਇਟ ਇਜ਼ ਸਿਮਿਲਰ ਔਰ ਆਇਡੈਂਟੀਕਲ ਟੂ ਦਾ ਰਜਿਸਟਰਡ ਟ੍ਰੇਡਮਾਰਕ, ਜਿਹੜਾ ਕਿਸੇ ਨੇ ਰਜਿਸਟਰ ਕਰਾਇਆ ਉਹਦੇ ਵਰਗਾ ਕੋਈ ਲਾ ਕੇ ਉਹ ਸੇਮ ਉਹੋ ਜਿਹਾ ਜਾਂ ਉਹਦੇ ਵਰਗਾ ਆਪਣੀ ਪ੍ਰੋਡਕਟ 'ਤੇ ਲਾ ਲਵੇ ਤਾਂ ਇਹ ਮੰਨਿਆ ਜਾਏਗਾ ਕਿ ਟ੍ਰੇਡਮਾਰਕ ਦੀ ਉਲੰਘਣਾ ਹੈ। ਯੂਜ ਫॉर ਮਾਰਕ ਐਜ਼ ਟ੍ਰੇਡਮਾਰਕ ਫॉर ਅਦਰ ਪ੍ਰੋਡਕਟ ਆਫ ਸੇਮ ਕਾਈਂਡ, ਸੇਮ ਉਹੀ ਗੱਲ ਆ ਗਈ। ਇਫ ਇਟ ਕਾਜ਼ਿਜ਼ ਕਨਫਿਊਜ਼ਨ ਇਨ ਦਾ ਕਸਟਮਰ, ਹੁਣ ਕਈ ਵਾਰੀ ਕੀ ਹੁੰਦਾ ਹੈ ਕਿ ਇੱਕ ਆਪਾਂ ਜਿਵੇਂ ਲਾਈਫ ਬੋਏ ਇੱਕ ਕੰਪਨੀ ਹੈ, ਉਸ ਦੀ ਬਦਲੇ ਕਿਸੇ ਨੇ ਲਾਈਟ ਬਾਲ
ਸੇਮ ਉਹ ਜਿਹਾ ਡਿਜ਼ਾਈਨ ਬਣਾ ਕੇ ਵਿੱਚ ਲਿਖਤਾ ਲਾਈਟ ਬਾਲ। ਇਹ ਕੋਈ ਕਸਟਮਰ ਦੇ ਵਿੱਚ ਕਨਫਿਊਜ਼ਨ ਹੁੰਦੀ ਹੈ ਤਾਂ ਇਹ ਟ੍ਰੇਡਮਾਰਕ ਐਕਟ ਦੀ ਉਲੰਘਣਾ ਮੰਨੀ ਜਾਂਦੀ ਹੈ। ਈਵਨ ਓਰਲ ਯੂਜ਼, ਕਈ ਵਾਰੀ ਕੋਈ ਐਡਵਰਟਾਈਜ਼ਮੈਂਟ ਹੋ ਰਹੀ ਹੈ ਜਿੱਥੇ ਜ਼ਬਾਨੀ ਵੀ ਕੋਈ ਟ੍ਰੇਡਮਾਰਕ ਦਾ ਨਾਮ ਲਿਆ ਗਿਆ, ਕੋਈ ਜ਼ਬਾਨੀ ਉਸ ਨੂੰ ਵੀ ਵਰਤਿਆ ਗਿਆ, ਇਹ ਵੀ ਜੋ ਹੈ ਉਲੰਘਣਾ ਮੰਨੀ ਜਾਏਗੀ। ਇਸ ਤੋਂ ਅਗਲਾ ਜੋ ਇੰਟਲੈਕਚੁਅਲ ਪ੍ਰੋਪਰਟੀ ਰਾਈਟ ਹੈ ਉਹ ਕਾਪੀਰਾਈਟ ਹੈ। ਕਾਫੀ ਜੋ ਫੇਮਸ ਹੈ ਇਹ ਵਾਲਾ ਵਰਡ ਵੀ। ਇਟ ਇਜ਼ ਲੀਗਲ ਟਰਮ ਡਿਸਕ੍ਰਾਈਬਿੰਗ ਰਾਈਟਸ ਗਿਵਨ ਟੂ ਕ੍ਰੀਏਟਰਸ ਫॉर ਲਿਟਰੇਰੀ ਐਂਡ ਆਰਟਿਸਟਿਕ ਵਰਕ। ਜਦੋਂ ਕੋਈ ਲਿਟਰੇਰੀ ਵਰਕ ਹੈ ਜਾਂ ਆਰਟਿਸਟਿਕ ਵਰਕ ਹੈ ਤਾਂ ਉਸ ਦਾ ਜੋ ਹੈ ਕਾਪੀਰਾਈਟ ਮੰਨਿਆ ਜਾਂਦਾ ਜਿਸ ਨੇ ਪਹਿਲਾਂ ਇਹ ਚੀਜ਼ ਬਣਾਈ ਹੈ। एग्जाम्पल ऑफ लिटरेरी वर्क्स आर नावल लिखे गए, पोइम, प्लेज, रेफरेंस वर्क्स, न्यूज़पेपर, कंप्यूटर प्रोग्राम्स, म्यूज़िक, कोरियोग्राफी, फिल्म्स एट्सैट्रा। ये लिटरेरी वर्क्स है। एग्जाम्पल्स ऑफ आर्टिस्टिक वर्क आर पेंटिंग्स, ड्राइंग, फोटोग्राफ्स, आर्कीटैक्चर एट्सैट्रा। ये सारा जो है ये आर्टिस्टिक वर्क ਦੇ ਵਿੱਚ ਆ ਜਾਂਦਾ ਹੈ। ਦੋਨਾਂ ਦੇ ਜਿਹੜਾ ਵੀ ਕ੍ਰੀਏਟਰ ਹੈ ਉਸ ਨੂੰ ਕਾਪੀਰਾਈਟ ਆਪਣਾ ਰਜਿਸਟਰ ਕਰਾ ਸਕਦਾ ਹੈ। ਤੇ ਫਿਰ ਜੋ ਕ੍ਰੀਏਟਰ ਹੈ ਹੀ ਕੈਨ ਸੈਲ ਰਾਈਟਸ ਟੂ ਐਨੀਵਨ ਫॉर ਕਮਰਸ਼ੀਅਲ ਐਕਟੀਵਿਟੀਜ਼। ਜੇਕਰ ਇੱਕ ਵਾਰੀ ਕਿਸੇ ਨੇ ਆਪਣਾ ਕਾਪੀਰਾਈਟ ਬਣਾ ਲਿਆ, ਉਹ ਆਪਣਾ ਕਾਪੀਰਾਈਟ ਕਿਸੇ ਨੂੰ ਵੇਚ ਵੀ ਸਕਦਾ ਹੈ ਕਿ ਉਹ ਕਿੰਨੇ % ਤੱਕ ਇਸ ਦਾ ਜੋ ਹੈ ਕਮਰਸ਼ੀਅਲ ਐਕਟੀਵਿਟੀ ਦੇ ਵਿੱਚ ਇਸ ਨੂੰ ਯੂਜ਼ ਕਰ ਸਕਦਾ ਹੈ। ਇਨਫ੍ਰਿੰਜਮੈਂਟ ਆਫ ਕਾਪੀਰਾਈਟ। ਕਾਪੀਰਾਈਟ ਦੀ ਉਲੰਘਣਾ ਕਦੋਂ ਮੰਨੀ ਜਾਂਦੀ ਹੈ? ਜੇਕਰ ਕੋਈ ਪਰਸਨ ਕੁਛ ਵੀ ਜਿਹੜੀਆਂ ਹੈਗੀਆਂ ਉਸ ਨੂੰ ਜਿਹੜੀਆਂ ਹੈਗੀਆਂ ਕਮਰਸ਼ੀਅਲ ਐਕਟੀਵਿਟੀ ਦੇ ਵਿੱਚ ਕਰਦੇ ਜਿਸ ਦਾ ਕਿਸੇ ਕੋਲੇ ਕਾਪੀਰਾਈਟ ਹੈ, ਉਸ ਤੋਂ ਲਾਇਸੈਂਸ ਲਏ ਬਿਨਾਂ, ਜਿਵੇਂ ਕੋਈ ਕਿਸੇ ਨੇ ਕਿਤਾਬ ਲਿਖੀ ਹੈ ਉਹ ਕਿਤਾਬ ਛਾਪ ਦੇਵੇ, ਕੋਈ ਹੋਰ ਕਿਸੇ ਨੇ ਕੋਈ ਗਾਣਾ ਬੋਲਿਆ, ਗਾਣਾ ਕੋਈ ਹੋਰ ਹੀ ਉਸ ਨੂੰ CD ਬਣਾ ਕੇ, ਉਸ ਨੂੰ ਪੈਨ ਡਰਾਈਵ ਬਣਾ ਕੇ ਜਾਂ ਉਸ ਨੂੰ YouTube 'ਤੇ ਪਾ ਕੇ ਉਹਦੇ 'ਤੇ ਵਿਊਜ਼ ਲੈ ਕੇ ਉਹਦਾ ਕਮਰਸ਼ੀਅਲ ਐਕਟੀਵਿਟੀ ਬਣਾ ਦੇ ਉਸ ਦੀ ਮਰਜ਼ੀ ਤੋਂ ਬਿਨਾਂ ਹੀ, ਤਾਂ ਇਹ ਜਿਹੜਾ ਹੈਗਾ ਕਾਪੀਰਾਈਟ ਦੀ ਉਲੰਘਣਾ ਮੰਨੀ ਜਾਏਗੀ। ਕਾਪੀਰਾਈਟ ਐਕਟ ਪ੍ਰੋਵਾਈਡਸ ਫॉर ਬੋਥ ਸਿਵਲ ਐਂਡ ਕ੍ਰਿਮੀਨਲ ਪਨਿਸ਼ਮੈਂਟ। ਜੇਕਰ ਕੋਈ ਇਸ ਤਰ੍ਹਾਂ ਕਾਪੀਰਾਈਟ ਦੀ ਉਲੰਘਣਾ ਕਰਦਾ ਹੈ ਤਾਂ ਦੀਵਾਨੀ ਅਤੇ ਫੌਜਦਾਰੀ ਦੋਵੇਂ ਦਾਅਵੇ, ਦੋਵੇਂ ਤਰ੍ਹਾਂ ਦੀਆਂ ਸਜ਼ਾਵਾਂ ਇਹਦੇ ਵਿੱਚ ਦਿੱਤੀਆਂ ਜਾ ਸਕਦੀਆਂ। ਕਾਪੀਰਾਈਟ ਓਨਰ ਗੈਟ ਇੰਜੈਕਸ਼ਨ, ਡੈਮੇਜਸ ਐਟਸੈਟਰਾ। ਉਹਨੂੰ ਫਿਰ ਜੋ ਹੈ ਹਰਜਾਨਾ ਦੇਣਾ ਪੈਂਦਾ ਹੈ ਜੇਕਰ ਇਹ ਉਲੰਘਣਾ ਸਾਬਤ ਹੋ ਜਾਂਦੀ ਹੈ। ਇੰਪੋਰਟੈਂਸ ਆਫ ਇੰਟੈਲੈਕਚੁਅਲ ਪ੍ਰੋਪਰਟੀ ਰਾਈਟ। ਇਹਨਾਂ ਦੀ ਕੀ ਇੰਪੋਰਟੈਂਸ ਹੈ? IPR ਕ੍ਰੀਏਟਸ ਐਂਡ ਸਪੋਰਟਸ ਹਾਈ ਪੇਇੰਗ ਜੋਬਸ। ਕਿਉਂਕਿ ਹੁਣ ਅੱਗੇ ਸਮਾਂ ਜੋ ਆ ਰਿਹਾ ਹੈ, ਇਨੋਵੇਸ਼ਨਸ ਹੁੰਦੀਆਂ ਤਾਂ ਉਹਨਾਂ ਨੂੰ ਰਜਿਸਟਰ ਕਰਾਉਣਾ, ਤਾਂ ਜਿਹੜੀ IP ਇੰਟੈਂਸਿਵ ਇੰਡਸਟਰੀ ਹੈ ਉਸ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਜੋਬ ਮਿਲ ਰਹੀ ਹੈ। ਇਹ ਜਿਹੜੇ ਹੈਗੇ ਅੱਗੇ ਵੀ ਫਾਸਟ ਗਰੋ ਹੋ ਰਿਹਾ, ਹਾਈ ਪੇਇੰਗ ਜੋਬ ਮਿਲ ਰਹੀ ਹੈ। ਅਤੇ ਜੋ ਇਸ ਦੇ ਵਿੱਚ ਕੰਮ ਕਰ ਰਹੇ ਨੇ ਇੰਟੈਲੈਕਚੁਅਲ ਪ੍ਰੋਪਰਟੀ ਦੇ ਵਿੱਚ, ਤਾਂ ਜਿਹੜੀਆਂ ਦੂਜੀਆਂ ਕੰਪਨੀਜ਼ ਨਾਲੋਂ ਜ਼ਿਆਦਾ ਤਨਖਾਹ ਜਾਂ ਜ਼ਿਆਦਾ ਸੈਲਰੀ ਉਹਨਾਂ ਨੂੰ ਮਿਲ ਰਹੀ ਹੈ। IPR ਪ੍ਰੋਟੈਕਟਸ ਕੰਜ਼ਿਊਮਰਸ ਐਂਡ ਫੈਮਿਲੀ। ਜੇਕਰ ਇੰਟੈਲੈਕਚੁਅਲ ਪ੍ਰੋਪਰਟੀ ਰਾਈਟ ਸਹੀ ਤਰ੍ਹਾਂ ਕੰਮ ਕਰਦੇ ਹੈ ਤਾਂ ਕੰਜ਼ਿਊਮਰ ਨੂੰ ਵੀ ਇੱਕ ਤਰ੍ਹਾਂ ਪ੍ਰੋਟੈਕਸ਼ਨ ਮਿਲਦੀ ਹੈ ਕਿ ਉਹ ਜੋ ਹੈ ਸਹੀ ਚੀਜ਼ ਹੀ ਉਹਨਾਂ ਨੂੰ ਮਿਲਦੀ ਹੈ। ਕਿਉਂਕਿ ਇੱਕ ਵਾਰੀ ਉਹਨਾਂ ਦੇ ਦਿਮਾਗ ਵਿੱਚ ਆ ਗਿਆ ਕਿ ਐਪਲ ਦਾ ਇਹ ਲੋਗੋ ਐਪਲ ਦੀ ਚੀਜ਼ਾਂ ਦੀ ਲੱਗੀਆਂ। ਜੇਕਰ ਇਹ ਉਲਟਾ ਹੋਣ ਲੱਗ ਜਾਏ, ਕੋਈ ਹੋਰ ਇੱਕ ਜਿਹੜਾ ਹੈਗਾ ਡੁਪਲੀਕੇਟ ਕੋਈ ਮੋਬਾਈਲ ਜਾਂ ਕੋਈ ਲੈਪਟੋਪ ਜਾਂ ਕੋਈ ਜੋ ਹੈਗਾ ਟੈਬ ਹੈ ਉਹ ਬਣਾ ਕੇ ਆਪਣਾ ਐਪਲ ਦਾ ਲੋਗੋ ਲਾ ਦੇਵੇ, ਅਤੇ ਉਹ ਕੰਜ਼ਿਊਮਰ ਦੇ ਵਿੱਚ ਬਹੁਤ ਸਾਰੀ ਕਨਫਿਊਜ਼ਨ ਆਏਗੀ, ਪਰ ਉਹ ਕੋਈ ਲਾ ਨਹੀਂ ਸਕਦਾ ਕਿਉਂਕਿ ਇੰਟੈਲੈਕਚੁਅਲ ਪ੍ਰੋਪਰਟੀ ਰਾਈਟ ਜੋ ਟ੍ਰੇਡਮਾਰਕ ਦੇ ਰਾਈਟਸ ਹੈ ਉਹ ਉਸ ਨੂੰ ਫਿਰ ਉਹਦੇ ਮੁਤਾਬਕ ਸਜ਼ਾ ਮਿਲਦੀ ਹੈ। ਇਸ ਲਈ ਕੋਈ ਵੀ ਇਸ ਤਰ੍ਹਾਂ ਦੀ ਹਿੰਮਤ ਨਹੀਂ ਕਰਦਾ। ਇਸ ਕਰਕੇ ਕਸਟਮਰਸ ਨੂੰ, ਆਮ ਫੈਮਲੀਜ਼ ਨੂੰ ਜਿਹੜੀ ਹੈਗੀ ਹੈ ਕਾਫੀ ਪ੍ਰੋਟੈਕਸ਼ਨ ਮਿਲਦੀ ਹੈ। IPR ਇਨਕਰੇਜਸ ਇਨੋਵੇਸ਼ਨ ਐਂਡ ਰਿਵਾਰਡ ਐਂਟਰਪ੍ਰੇਨਿਓਰਸ। ਜਿਹੜੇ ਨਵੇਂ ਐਂਟਰਪ੍ਰੇਨਿਓਰ ਹੈ ਜਾਂ ਨਵੇਂ ਜਿਹੜੇ ਇਨੋਵੇਟਰ ਹੈ, ਨਵੇਂ ਇੰਟਲੈਕਚੁਅਲ ਜੋ ਪਰਸਨ ਹੈ, ਉਹਨਾਂ ਨੂੰ ਇਨਕਰੇਜਮੈਂਟ ਮਿਲਦੀ ਹੈ ਕਿ ਉਹ ਨਵੀਆਂ ਖੋਜਾਂ ਕਰਨ, ਜਾਂ ਔਥਰਸ ਨੂੰ ਵੀ ਨਵੀਆਂ ਲਿਖਤਾਂ ਲਿਖਣ ਦੀ ਇਨਕਰੇਜਮੈਂਟ ਮਿਲਦੀ ਹੈ ਕਿ ਜੋ ਲਿਖਣਗੇ ਉਸ ਦਾ ਉਹਨਾਂ ਨੂੰ ਮੁੱਲ ਮਿਲੇਗਾ, ਉਹਨਾਂ ਨੂੰ ਰਿਵਾਰਡ ਮਿਲੇਗਾ। ਸੋ ਇਸ ਕਰਕੇ ਜੋ ਹੈ ਇਹ IPR ਦੀ ਬਹੁਤ ਇੰਪੋਰਟੈਂਸ ਹੈ। IPR ਦੇ ਨਾਲ ਹੀ ਜੋ ਹੈ ਅੱਜ ਕੱਲ੍ਹ ਦੀ ਜੋ ਇੰਡਸਟਰੀ ਹੈ, ਅੱਜ ਕੱਲ੍ਹ ਦੇ ਜੋ ਇਨੋਵੇਟਰ ਹੈ, ਜੋ ਇੰਟਲੈਕਚੁਅਲ ਪਰਸਨ ਹੈ, ਉਹ ਸਰਵਾਈਵ ਕਰਦੇ ਹੈ। ਸੋ ਡੀਅਰ ਸਟੂਡੈਂਟਸ, ਕੋਸ਼ਿਸ਼ ਕੀਤੀ ਹੈ ਕਿ ਤੁਹਾਨੂੰ ਬੇਸਿਕਸ ਆਫ ਮੈਨੇਜਮੈਂਟ ਦੇ ਜੋ ਚੈਪਟਰ ਨੇ ਉਹ ਸੌਖੇ ਤਰੀਕੇ ਦੇ ਨਾਲ ਤੁਹਾਨੂੰ ਐਕਸਪਲੇਨ ਕੀਤੇ ਜਾਣ, ਤੁਹਾਡੇ ਨਾਲ ਡਿਸਕਸ ਕੀਤੇ ਜਾਣ। ਤਾਂ
ਹੋ ਸਕਦਾ ਹੈ ਮੇਰੀ ਇਹ ਕੋਸ਼ਿਸ਼ ਤੁਹਾਨੂੰ ਪਸੰਦ ਆਈ ਹੋਵੇ। ਜੇਕਰ ਤੁਹਾਨੂੰ ਕਿਸੇ ਕਿਸਮ ਦਾ ਕੋਈ ਡਾਊਟ ਹੋਏ ਤਾਂ ਤੁਸੀਂ ਮੈਨੂੰ ਮੇਰੇ ਨੰਬਰ 'ਤੇ WhatsApp ਕਰ ਸਕਦੇ ਹੋ। ਮੇਰਾ ਨੰਬਰ ਤੁਸੀਂ ਨੋਟ ਕਰ ਲਓ 9814177826 9814177826। ਤੁਹਾਨੂੰ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਡਾਊਟ ਹੈ ਜਾਂ ਤੁਸੀਂ ਹੋਰ ਵੀ ਕੋਈ ਗੱਲ ਪੁੱਛਣੀ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਇਸ ਨੰਬਰ 'ਤੇ WhatsApp ਕਰਕੇ ਆਪਣੇ ਜੋ ਵੀ ਕੁਐਰੀ ਹੈ ਉਹ ਕਰ ਸਕਦੇ ਹੋ। ਪੇਪਰਸ ਦੇ ਲਈ, ਐਗਜ਼ਾਮਸ ਦੇ ਲਈ ਤੁਹਾਨੂੰ ਸਾਰਿਆਂ ਨੂੰ ਆਲ ਦੀ ਬੈਸਟ। ਥੈਂਕ ਯੂ ਵੈਰੀ ਮਚ।